ਅਫਗਾਨਿਸਤਾਨ ਦੇ ਵਿੱਚ 200 ਦੇ ਕਰੀਬ ਸਿੱਖ ਜਿਹੜੇ ਨੇ ਉਹ ਫਸੇ ਹੋਏ ਨੇ ਕਿਉਂਕਿ ਇਸ ਸਮੇਂ ਤਾਲਿਬਾਨ ਦਾ ਕਬਜ਼ਾ ਜਿਹੜਾ ਉਹ ਹੋ ਚੁੱਕਿਆ ਹੈ। ਸੋ ਉਹਦੇ ਲਈ ਵੀ ਕਿਤੇ ਨਾ ਕਿਤੇ ਤੁਸੀਂ ਕੋਈ ਕੋਸ਼ਿਸ਼ ਕਰੋਗੇ? 20,000 ਦੇ ਕਰੀਬ ਜਿਹੜੇ ਅਫਗਾਨੀ ਜਿਨ੍ਹਾਂ ਨੇ ਸ਼ਰਨ ਲਈ ਹੋਈ ਹੈ ਇੰਡੀਆ ਦੇ ਵਿੱਚ, ਜਿਹੜੇ ਕਿ ਦਿੱਲੀ, ਹੈਦਰਾਬਾਦ, ਪੂਨਾ, ਕਲਕੱਤਾ 'ਚ ਰਹਿ ਰਹੇ ਨੇ। ਸੋ ਉਹਨਾਂ ਦੇ ਅੰਬੈਸਡਰ ਸਾਹਿਬ ਦੇ ਕਹਿਣ ਮੁਤਾਬਕ ਜਿਹੜੀ ਪਿਛਲੀ ਈਦ ਨਿਕਲੀ ਹੈ, ਸੋ ਉਸ ਈਦ ਦੇ ਉੱਤੇ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ, ਰਾਸ਼ਨ ਚਾਹੀਦਾ ਸੀ 120 ਟਨ ਰਾਸ਼ਨ। ਮਤਲਬ ਅਸੀਂ 20,000 ਫੈਮਿਲੀ ਦਾ 1 ਮਹੀਨੇ ਦਾ ਰਾਸ਼ਨ, ਇੱਕ ਫੈਮਿਲੀ ਨੂੰ ਅਸੀਂ ਤਕਰੀਬਨ 30 ਕਿਲੋ ਰਾਸ਼ਨ ਦਿੱਤਾ। ਸੋ ਉਹ 1 ਮਹੀਨੇ ਦਾ ਰਾਸ਼ਨ ਦਿੱਤਾ। ਹੁਣ ਦੁਬਾਰਾ ਜਿਹੜੀ ਈਦ ਆਈ, ਫਿਰ ਉਸ ਈਦ ਉੱਤੇ ਫਿਰ ਅਸੀਂ ਉਹਨਾਂ ਨੂੰ ਰਾਸ਼ਨ ਫਿਰ ਦਿੱਤਾ ਦੁਬਾਰਾ। ਸੋ 2 ਮਹੀਨੇ ਅਸੀਂ ਦੋਨਾਂ ਈਦ ਦੇ ਉੱਤੇ ਰਾਸ਼ਨ ਅਸੀਂ ਪਹੁੰਚਾਇਆ। ਸੋ ਉਹ ਅਸੀਂ ਤਾਂ ਪਹੁੰਚਾਇਆ ਕਿ ਇਹ ਨਾ ਸੋਚੀਏ ਕਿ ਅਸੀਂ ਸਿਰਫ ਪੰਜਾਬ ਵਾਸਤੇ ਕਰੀਏ, ਹਰਿਆਣੇ ਵਾਸਤੇ ਕਰੀਏ ਜਾਂ ਇੰਡੀਆ ਵਾਸਤੇ ਕਰੀਏ। ਅਗਰ ਅਫਗਾਨੀ ਇੱਥੇ ਆਏ ਹੋਏ ਨੇ, ਸ਼ਰਨ ਲਈ ਉਹਨਾਂ ਨੇ ਸਾਡੇ, ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਵੀ ਸਾਥ ਦੇਈਏ। ਸੋ ਅਸੀਂ ਦਿੱਤਾ ਉਹਨਾਂ ਦਾ ਸਾਥ। तो डॉक्टर साहब अज जिहड़ा प्लांट लगाया ये किन्ने क लोकां दी जिहड़ी जान बचा सकता है, किन्ने क सिलेंडर भरे जा सकते हैं, किन्ने क पेशेंट्स नूं ये जिहड़ी ऑक्सीजन मिल सकती है? ਜਿਹੜੀ ਤੀਸਰੀ ਵੇਵ ਦਾ ਰੌਲਾ ਸੀ ਕਿ ਹੁਣ ਤੀਸਰੀ ਵੇਵ ਆਏਗੀ, ਨੁਕਸਾਨ ਹੋ ਸਕਦਾ ਹੈ। ਉਹਦੇ ਲਈ ਫਿਰ ਜੋ ਮਹਿਸੂਸ ਕੀਤਾ ਗਿਆ ਕਿ ਹੁਣ ਰਾਸ਼ਨ ਪਾਣੀ ਜਾਂ ਕਿੱਟਾਂ ਨਹੀਂ ਚਾਹੀਦੀਆਂ, ਹੁਣ ਸਿਰਫ ਚਾਹੀਦੀ ਹੈ ਆਕਸੀਜਨ। ਤਾਂ ਇੱਕ ਪਲਾਂਟ ਜਿਹੜਾ 1 ਮਿੰਟ ਵਿੱਚ 1000 ਲੀਟਰ ਜਿਹੜੀ ਹੈ ਆਕਸੀਜਨ ਪੈਦਾ ਕਰ ਰਿਹਾ। ਸੋ 5 ਪਲਾਂਟ ਲੱਗਣ ਨਾਲ ਕੀ ਹੋਇਆ ਕਿ 5000 ਲੀਟਰ ਪਰ ਮਿੰਟ। ਸੋ ਇੰਨੀ ਹੁਣ ਹਿਸਾਬ ਲਾ ਲਓ ਕਿ 1 ਘੰਟੇ 'ਚ ਕਿੰਨੀ ਹੋਈ ਤੇ 24 ਘੰਟੇ 'ਚ ਕਿੰਨੀ ਹੋਈ। ਸੋ ਕਈ ਲੱਖਾਂ ਟਨ ਜਿਹੜੀ ਹੋ ਗਈ, ਇਹ ਸਾਡੀ ਆਕਸੀਜਨ ਪੈਦਾ ਹੋ ਗਈ, ਜਿਹੜੀ ਪੰਜਾਬ ਲਈ ਕਾਫੀ ਹੈ। ਡਾਕਟਰ ਐਸਪੀ ਸਿੰਘ ਓਬਰੋਏ ਸਾਡੇ ਨਾਲ ਨੇ। ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਆਕਸੀਜਨ ਪਲਾਂਟ ਲਗਾਇਆ ਗਿਆ ਜਿਸ ਦਾ ਉਦਘਾਟਨ ਇਹਨਾਂ ਵੱਲੋਂ ਕੀਤਾ ਗਿਆ। ਪਲਾਂਟ ਵੀ ਇਹਨਾਂ ਵੱਲੋਂ ਲਗਾਇਆ ਗਿਆ ਕਿਉਂਕਿ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਤਾਂ ਹੋ ਗਈਆਂ ਸੀ ਕਿਉਂਕਿ ਪੇਸ਼ੈਂਟ ਨੂੰ ਪਹਿਲਾਂ ਜਿਹੜੀ ਆਕਸੀਜਨ ਜਿਹੜੀ ਉਹ ਨਹੀਂ ਪ੍ਰੋਵਾਈਡ ਕਰਵਾ ਸਕੇ। ਆਕਸੀਜਨ ਦੀ ਕਮੀ ਹੋ ਗਈ। ਦਿੱਲੀ, ਪੰਜਾਬ, ਹਰ ਜਗ੍ਹਾ 'ਤੇ ਜੇ ਅਸੀਂ ਕਿਸੇ ਵੀ ਸੂਬੇ 'ਚ ਦੇਖਦੇ ਹਾਂ ਤਾਂ ਹਾਲਾਤ ਇਹੀ ਸੀਗੇ। ਸੋ ਡਾਕਟਰ ਸਾਹਿਬ ਅੱਜ ਜਿਹੜਾ ਪਲਾਂਟ ਲਗਾਇਆ ਇਹ ਕਿੰਨੇ ਕ ਲੋਕਾਂ ਦੀ ਜਿਹੜੀ ਜਾਨ ਬਚਾ ਸਕਦਾ ਹੈ, ਕਿੰਨੇ ਕ ਸਿਲੰਡਰ ਭਰੇ ਜਾ ਸਕਦੇ ਨੇ, ਕਿੰਨੇ ਕ ਪੇਸ਼ੈਂਟਸ ਨੂੰ ਇਹ ਜਿਹੜੀ ਆਕਸੀਜਨ ਮਿਲ ਸਕਦੀ ਹੈ? ਦੇਖੋ, ਟਰਸਟ ਨੇ ਜਿਸਲੇ ਸੈਕੰਡ ਵੇਵ ਆਈ ਨਾ, ਤੇ ਉਦੋਂ ਸਭ ਤੋਂ ਜ਼ਿਆਦਾ ਕਮੀ ਲੋਕਾਂ ਨੂੰ ਇਹ ਨਹੀਂ ਸੀ ਕਿ ਸਾਨੂੰ ਰਾਸ਼ਨ ਚਾਹੀਦਾ ਜਾਂ ਸਾਨੂੰ ਕਿੱਟਾਂ ਚਾਹੀਦੀਆਂ ਜਾਂ ਸਾਨੂੰ ਮਾਸਕ ਚਾਹੀਦੇ ਨੇ। ਇਹੋ ਚੀਜ਼ਾਂ ਦੀ ਲੋੜ ਨਹੀਂ ਸੀਗੀ। ਲੋਕਾਂ ਨੂੰ ਸਿਰਫ ਇਹ ਸੀ ਕਿ ਆਕਸੀਜਨ ਚਾਹੀਦੀ ਹੈ। ਕਿਉਂਕਿ ਜਿੰਨੇ ਵੀ ਦਿੱਲੀ ਇੰਨਾ ਰਸ਼ ਪੈ ਗਿਆ ਕਿ ਦਿੱਲੀ ਹਸਪੀਟਲ ਹਰ ਰੌਲਾ ਪਾ ਰਹੇ ਸੀ ਕਿ ਸਾਡੇ ਕੋਲ ਆਕਸੀਜਨ 3 ਘੰਟੇ ਦੀ ਰਹਿ ਗਈ ਹੈ, 5 ਘੰਟੇ ਦੀ ਰਹਿ ਗਈ ਹੈ, 2 ਦਿਨ ਦੀ ਆਕਸੀਜਨ ਰਹਿ ਗਈ ਹੈ। ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਇਹ ਮਹਿਸੂਸ ਕੀਤਾ ਗਿਆ ਕਿ ਜਿਹੜੀ ਵੇਵ ਇਸ ਵੇਲੇ ਦਿੱਲੀ ਚੱਲ ਰਹੀ ਹੈ, ਇਹ ਅੱਗੇ ਨੂੰ ਤੁਰਨੀ ਹੈ। ਇਹ ਹਰਿਆਣਾ ਹੋ ਕੇ ਤੇ ਪੰਜਾਬ ਵੀ ਪਹੁੰਚਣੀ ਹੈ ਤੇ ਸਾਡੇ ਪੰਜਾਬ ਬਿਲਕੁਲ ਪਹੁੰਚੀ ਵੀ। ਲੇਕਿਨ ਅਸੀਂ ਉਸ ਤੋਂ ਪਹਿਲਾਂ ਚਾਹੁੰਦੇ ਸੀ ਕਿ ਅਸੀਂ ਤਿਆਰੀਆਂ ਕਰ ਲਈਏ, ਠੀਕ ਹੈ ਨਾ। ਫਿਰ ਅਸੀਂ ਜਿੱਦਾਂ ਹੁਣ ਸਾਰੇ ਡਿਸਟ੍ਰਿਕਟ ਦੇ ਵਿੱਚ ਅਸੀਂ ਆਕਸੀਜਨ ਕੰਸਨਟਰੇਟਰ ਦੇਣੇ ਸੀਗੇ, ਉਹ ਅਸੀਂ ਸਾਰੇ ਸਪਲਾਈ ਕਰਤੇ, ਫਰੀਜ਼ਰ ਬਾਕਸਸ ਕਰ ਦਿੱਤੇ, ਐਂਬੂਲੈਂਸਸ ਕਰ ਦਿੱਤੀਆਂ, ਸ਼ੌਪ ਵੈਨਸ ਕਰ ਦਿੱਤੀਆਂ। ਇਹ ਸਾਰਾ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਸੀ ਇਹ ਸਾਰੀਆਂ ਦਿੱਤੀਆਂ। ਹਸਪੀਟਲਾਂ ਵਿੱਚ ਕੋਈ ਸਮਾਨ ਚਾਹੀਦਾ ਸੀ ਉਹ ਵੀ ਸਾਰਾ ਦਿੱਤਾ ਸੀ। ਇਸ ਤੋਂ ਬਾਅਦ ਜਿਹੜਾ ਫਿਰ ਸੀ ਕਿ ਤੀਸਰੀ ਵੇਵ ਵੀ ਆਏਗੀ, ਕਿਉਂਕਿ ਸੈਕੰਡ ਵੇਵ ਤਾਂ ਨਿਕਲ ਗਈ, ਡੈਥਾਂ ਬਹੁਤ ਹੋਈਆਂ, ਡੈਥ ਰੇਟ ਕਾਫੀ ਸੀ ਉਹਦੇ ਵਿੱਚ। ਜਿਹੜੀ ਤੀਸਰੀ ਵੇਵ ਦਾ ਰੌਲਾ ਸੀ ਕਿ ਹੁਣ ਤੀਸਰੀ ਵੇਵ ਆਏਗੀ, ਨੁਕਸਾਨ ਹੋ ਸਕਦਾ। ਉਹਦੇ ਲਈ ਫਿਰ ਜੋ ਮਹਿਸੂਸ ਕੀਤਾ ਗਿਆ ਕਿ ਹੁਣ ਰਾਸ਼ਨ ਪਾਣੀ ਜਾਂ ਕਿੱਟਾਂ ਨਹੀਂ ਚਾਹੀਦੀਆਂ, ਹੁਣ ਸਿਰਫ ਚਾਹੀਦੀ ਹੈ ਆਕਸੀਜਨ, ਕਿਉਂਕਿ ਹਰ ਹਸਪੀਟਲ ਰੌਲਾ ਪਾ ਰਿਹਾ ਸੀ। ਫਿਰ ਪਲਾਂਟ ਨੇ ਫੈਸਲਾ ਕੀਤਾ, ਸਿਰਫ 2 ਮਹੀਨੇ ਪਹਿਲਾਂ ਅਸੀਂ ਕਿਹਾ ਕਿ ਪੰਜਾਬ ਦੇ ਵਿੱਚ ਅਸੀਂ 5 ਪਲਾਂਟ ਲਾਵਾਂਗੇ ਆਕਸੀਜਨ ਦੇ। ਔਰ ਅੱਜ ਦੇਖੋ ਇਹ ਅੱਛਾ ਸਮਾਂ ਆ ਗਿਆ ਕਿ ਅਸੀਂ 5 ਦੇ 5 ਪਲਾਂਟ ਜਿਹੜੇ ਕਿ ਤਾਇਵਾਨ ਤੋਂ ਇੰਪੋਰਟ ਕੀਤੇ ਗਏ ਨੇ, ਸੋ ਇਹ ਅਸੀਂ ਲਿਆ ਕੇ ਇੰਸਟਾਲ ਕਰ ਦਿੱਤੇ ਨੇ। 2 ਦਿਨ ਪਹਿਲਾਂ ਸਾਡੇ ਸੀਐਮ ਸਾਹਿਬ ਨੇ ਫਰੀਦਕੋਟ ਜਿਹੜਾ 2 ਪਲਾਂਟ ਉੱਥੇ ਲਾਏ ਗਏ ਨੇ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਬਾਬਾ ਫਰੀਦ ਯੂਨੀਵਰਸਿਟੀ ਵਿੱਚ, ਉਹਦਾ ਉਦਘਾਟਨ ਹੋ ਗਿਆ, ਉਹ ਆਪਰੇਸ਼ਨ ਵਿੱਚ ਨੇ। ਤੇ ਤੀਸਰਾ ਪਲਾਂਟ ਜਿਹੜਾ ਅੱਜ ਇੱਥੇ ਅੰਮ੍ਰਿਤਸਰ ਲਾਇਆ ਗਿਆ, ਆਪਣੇ ਸੋਨੀ ਜੀ ਤੇ ਔਜਲਾ ਸਾਹਿਬ ਨੇ ਇਹਦਾ ਉਦਘਾਟਨ ਕੀਤਾ। ਇਹ ਵੀ ਸਾਡੇ ਹੁਣ ਆਪਰੇਸ਼ਨ 'ਚ ਆ ਚੁੱਕਾ ਆਲਰੇਡੀ। ਤੇ ਅਗਲਾ ਪਲਾਂਟ ਜਿਹੜਾ ਸਾਡਾ ਉਹ ਮੋਹਾਲੀ ਬਿਲਕੁਲ ਤਿਆਰ ਪਿਆ, ਔਰ ਪਟਿਆਲੇ ਕੱਲ੍ਹ ਸ਼ਾਇਦ ਪਟਿਆਲੇ ਸਾਡਾ ਹੋ ਜਾਏਗਾ ਉਹਦਾ ਉਦਘਾਟਨ, ਤੇ ਪਰਸੋਂ ਜਿਹੜਾ ਉਹ ਮੋਹਾਲੀ 'ਚ ਹੋ ਜਾਏਗਾ। ਤਾਂ ਸਾਡੇ 5 ਦੇ ਪਲਾਂਟ ਜਿਹੜੇ ਹੋ ਜਾਣਗੇ। ਇੱਥੇ ਇੱਕ ਗੱਲ ਮੈਂ ਦੱਸਣੀ ਚਾਹਾਂਗਾ ਕਿ ਜਿੱਥੇ ਸਾਰਾ ਕੰਮ ਸਿਲੰਡਰਾਂ ਨਾਲ ਹੁੰਦਾ ਸੀ ਨਾ ਜੀ, ਇੱਥੇ ਅਸੀਂ ਕੀ ਕੀਤਾ, ਸਾਡੇ ਜਿਹੜੇ ਪਲਾਂਟ ਇਸ ਤਰ੍ਹਾਂ ਇੰਸਟਾਲ ਹੋਏ ਨੇ ਕਿ ਪੂਰੀ ਪਾਈਪਲਾਈਨ ਵਿਛੀ ਹੋਈ ਹੈ, ਔਰ ਜਿੰਨੀ ਇਹਦੀ ਆਕਸੀਜਨ ਹੈ ਜਿਹੜੀ ਇਹਨੇ ਪੈਦਾ ਕਰਨੀ ਹੈ, ਇਹ ਜਿਹੜੇ ਪਲਾਂਟ ਹੈ, ਇੱਕ ਪਲਾਂਟ ਜਿਹੜਾ 1 ਮਿੰਟ ਵਿੱਚ 1000 ਲੀਟਰ ਜਿਹੜੀ ਹੈ ਆਕਸੀਜਨ ਪੈਦਾ ਕਰ ਰਿਹਾ। ਸੋ 5 ਪਲਾਂਟ ਲੱਗਣ ਨਾਲ ਕੀ ਹੋਇਆ ਕਿ 5000 ਲੀਟਰ ਪਰ ਮਿੰਟ
ਸੋ ਇੰਨੀ ਹੁਣ ਹਿਸਾਬ ਲਾ ਲਓ ਕਿ 1 ਘੰਟੇ 'ਚ ਕਿੰਨੀ ਹੋਈ ਤੇ 24 ਘੰਟੇ 'ਚ ਕਿੰਨੀ ਹੋਈ। ਸੋ ਕਈ ਲੱਖਾਂ ਟਨ ਜਿਹੜੀ ਹੋ ਗਈ, ਇਹ ਸਾਡੀ ਆਕਸੀਜਨ ਪੈਦਾ ਹੋ ਗਈ, ਜਿਹੜੀ ਕਿ ਪੰਜਾਬ ਲਈ ਕਾਫੀ ਹੈ। ਅਸੀਂ ਇੱਥੋਂ ਅੱਗੇ ਹਰਿਆਣਾ, ਹਿਮਾਚਲ ਕਿਤੇ ਲੋੜ ਪੈਂਦੀ ਅਸੀਂ ਉੱਥੇ ਵੀ ਸਪਲਾਈ ਕਰ ਸਕਦੇ ਹਾਂ। ਇੱਥੋਂ ਜਿਹੜੀ ਲਾਈਨ ਦਿੱਤੀ ਗਈ ਹੈ ਉਹ ਸਿੱਧੀ ਬੈੱਡ ਨੂੰ ਦਿੱਤੀ ਗਈ ਹੈ। ਪਲਾਂਟ ਤੋਂ ਜਿਹੜੀ ਆਕਸੀਜਨ ਹੈ ਸਿੱਧੀ ਬੈੱਡ ਟੂ ਬੈੱਡ ਜਾਣੀ ਹੈ, ਜਿਵੇਂ ਪੀਜੀਆਈ ਦੇ ਵਿੱਚ। ਬਿਲਕੁਲ ਜਿੱਦਾਂ ਪੀਜੀਆਈ ਜਾਂ ਬਾਹਰ ਜਿੰਨੇ ਵੀ ਹਸਪੀਟਲ ਨੇ ਸਾਰਿਆਂ 'ਚ ਇਸ ਤਰ੍ਹਾਂ ਹੀ ਹੁੰਦਾ ਹੈਗਾ। ਦਿੱਲੀ ਜਿੰਨੇ ਮੇਨ ਹਸਪੀਟਲ ਨੇ ਸਾਰਿਆਂ 'ਚ ਇਸ ਤਰ੍ਹਾਂ ਹੈ ਤੇ ਹਰ ਬੈੱਡ ਨੂੰ ਜਿਹੜੀ ਆਕਸੀਜਨ ਪਹੁੰਚੀ ਹੁੰਦੀ, ਸਿਲੰਡਰ ਵਾਲਾ ਕੰਮ ਨਹੀਂ ਹੈ। ਇੱਕ ਤਾਂ ਉਹ ਖਤਮ ਹੋ ਗਿਆ ਇਹਦੇ ਨਾਲ। ਦੂਸਰਾ ਜਿਹੜਾ ਸੀ ਕਿ ਇਹਨੂੰ ਅਸੀਂ ਬੂਸਟਰ ਲਾ ਕੇ ਇੱਕ ਫੈਸਿਲਿਟੀ ਦਿੱਤੀ ਗਈ ਹੈ ਕਿ ਜਦੋਂ ਸਾਨੂੰ ਲੋੜ ਪਏ ਐਮਰਜੈਂਸੀ 'ਚ ਕਿ ਅਸੀਂ ਸਿਲੰਡਰ ਸਾਨੂੰ ਚਾਹੀਦੇ ਆ, ਤੇ ਸਰਬੱਤ ਦੇ ਭਲਾ ਨੇ 1000 ਸਿਲੰਡਰ ਆਪਣਾ ਸਟਾਕ 'ਚ ਰੱਖਿਆ ਹੋਇਆ। ਉਹ ਅਸੀਂ ਸਿਲੰਡਰ ਇੱਥੋਂ ਫ੍ਰੀ ਭਰਾਂਗੇ, ਕਿਉਂਕਿ ਇਹ ਪਲਾਂਟ ਸਾਰੇ ਅਸੀਂ ਗਵਰਨਮੈਂਟ ਕਾਲਜਸ 'ਚ ਲਗਾਏ ਨੇ। ਇਹ ਹੁਣ ਪ੍ਰਾਪਰਟੀ ਜਿਹੜੀ ਗਵਰਨਮੈਂਟ ਦੀ ਹੋ ਗਈ ਤੇ ਗਵਰਨਮੈਂਟ ਨਾਲ ਅਸੀਂ ਜਿਹੜਾ ਐਮਓਯੂ ਸਾਈਨ ਕੀਤਾ ਉਹਦੇ 'ਚ ਇਹੀ ਲਿਖਿਆ ਗਿਆ, ਇਹੀ ਕੀਤਾ ਗਿਆ ਕਿ ਟਰਸਟ ਨੂੰ ਜਦੋਂ ਵੀ ਕਿਤੇ ਸਿਲੰਡਰ ਚਾਹੀਦੇ ਨੇ ਫ੍ਰੀ ਆਫ ਕਾਸਟ ਜਿਹੜੇ ਇੱਥੋਂ ਭਰੇ ਜਾਣਗੇ। ਸੋ ਇੱਥੋਂ ਅਸੀਂ ਸਿਲੰਡਰ ਇੱਕ ਦਿਨ ਦੇ ਵਿੱਚ ਅਸੀਂ 1500 ਤੋਂ ਲੈ ਕੇ 2000 ਸਿਲੰਡਰ ਜਿਹੜੇ ਇਹਨਾਂ ਪਲਾਂਟਾਂ ਨਾਲ ਅਸੀਂ ਭਰ ਸਕਦੇ ਹਾਂ, ਜਿਹੜੀ ਕਿ ਬੜੀ ਅੱਛੀ ਗਿਣਤੀ ਹੈ ਜਿਹੜੀ। ਸੋ ਉਹ ਜਿਵੇਂ ਪਹਿਲਾਂ ਹੋਇਆ ਸੀਗਾ ਕਿ ਤੁਹਾਨੂੰ ਸਿਲੰਡਰ ਇੰਨੇ ਕਾਸਟਲੀ ਲੋਕਾਂ ਨੂੰ ਖਰੀਦਣੇ ਪਏ ਸੀਗੇ, ਕਈਆਂ ਨੂੰ ਮਿਲੇ ਨਹੀਂ, ਔਰ ਜਿਨ੍ਹਾਂ ਨੂੰ ਮਿਲੇ ਉਹਨਾਂ ਨੂੰ ਬਹੁਤ ਮਹਿੰਗੇ ਵੀ ਮਿਲੇ। ਸੋ ਉਹ ਜਿਹੜੀ ਪ੍ਰੋਬਲਮ ਆ ਉਹ ਗਾਂ ਅੱਗੇ ਕ੍ਰੀਏਟ ਨਹੀਂ ਹੋ ਸਕਦੀ। ਬਿਲਕੁਲ ਨਹੀਂ ਹੋਏਗੀ, ਕਿਉਂਕਿ ਦੇਖੋ ਹੁਣ ਅਸੀਂ ਪਹਿਲਾਂ ਤਾਂ 1000 ਸਿਲੰਡਰ ਲਿਆ ਜਿਹੜਾ ਕਿ ਅਸੀਂ ਫ੍ਰੀ ਆਫ ਕਾਸਟ ਦੇਣਾ ਸਪਲਾਈ। ਸਾਡੀਆਂ ਦੇਖੋ ਇੰਨੇ ਆਫਿਸ ਨੇ ਸਾਡੇ ਡਿਸਟ੍ਰਿਕਟ 'ਚ, ਇੰਨੀਆਂ ਟੀਮਾਂ ਸਾਡੇ ਮੈਂਬਰ ਹੈਗੇ ਨੇ, ਤੇ ਇਹ ਤਾਂ ਹੱਥੋਂ ਹੱਥ ਹੀ ਨਿਕਲ ਜਾਣਾ ਜਿੱਥੇ ਲੋੜ ਹੈ। ਸਾਡੀ ਕੋਸ਼ਿਸ਼ ਮਤਲਬ ਸਾਡਾ ਮੇਨ ਪਰਪਸ ਇਹ ਹੈ ਕਿ ਆਕਸੀਜਨ ਦੇ ਨਾਲ ਉਹਦੀ ਕਮੀ ਨਾਲ ਕਿਸੇ ਬੰਦੇ ਦੀ ਡੈਥ ਨਾ ਹੋਵੇ। ਫਿਰ ਚਾਹੇ ਆਕਸੀਜਨ ਹਸਪੀਟਲ ਦੇਣੀ ਹੋਵੇ, ਚਾਹੇ ਸਿਲੰਡਰ ਭਰਾ ਕੇ ਅਸੀਂ ਉਹਦੇ ਘਰ ਘਰ ਪਹੁੰਚਾਉਣੀ ਹੋਵੇ। ਸੋ ਇਹ ਜਿਹੜੀ ਸੇਵਾ ਹੈ ਉਹ ਟਰਸਟ ਜਿਹੜੀ ਉਹ ਪੂਰੀ ਕਰੇਗਾ। ਡਾਕਟਰ ਸਾਹਿਬ, ਮੇਨ ਸਵਾਲ ਇਹ ਹੈ ਕਿ ਹੋਰ ਵੀ ਬੜੇ ਲੋਕ ਨੇ ਪੰਜਾਬ ਵਿੱਚ, ਭਾਰਤ ਵਿੱਚ ਰੀਸ ਵੀ ਬਹੁਤ ਨੇ, ਪੈਸਾ ਵੀ ਬਹੁਤ ਹੈ, ਪਰ ਬਹੁਤ ਘੱਟ ਲੋਕ ਨੇ ਜੋ ਇਹੋ ਜਿਹੇ ਕੰਮ ਕਰਦੇ ਨੇ। ਤੁਹਾਨੂੰ ਕਿਸ ਨੇ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਸਮਾਜ ਸੇਵਾ ਵੱਲ ਲੱਗੋ, ਜਾਂ ਅਜਿਹੇ ਲੋਕਾਂ ਨੂੰ ਜਿਹੜੇ ਬਹੁਤ ਗਰੀਬ ਤਬਕੇ ਨੇ ਉਹਨਾਂ ਨੂੰ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰਤਾਂ ਨੂੰ ਪੂਰੀ ਕਰੋ? ਦੇਖੋ ਇਹ ਜਿਹੜੀ ਸੇਵਾ ਹੈ ਨਾ, ਇਹ ਇਨਸਾਨ ਦੇ ਆਪਣੇ ਹੱਥ 'ਚ ਨਹੀਂ ਹੁੰਦੀ। ਜਦ ਤੱਕ ਵਾਹਿਗੁਰੂ ਦੀ ਉੱਪਰ ਵਾਲੇ ਦੀ ਕਿਰਪਾ ਨਾ ਹੋਵੇ ਤੁਸੀਂ ਸੇਵਾ ਵੀ ਨਹੀਂ ਕਰ ਸਕਦੇ, ਤੁਸੀਂ ਦਾਨ ਪੁੰਨ ਵੀ ਨਹੀਂ ਕਰ ਸਕਦੇ, ਠੀਕ ਹੈ ਨਾ। ਕੁਛ ਉਮਰ ਤੱਕ ਅਸੀਂ ਵੀ ਉਹਨਾਂ ਵਿੱਚੋਂ ਸੀ ਜਿਹੜੇ ਕਿ ਅਸੀਂ ਪੈਸਾ ਕਮਾਉਣ 'ਚ ਲੱਗੇ ਹੋਏ ਸੀ, ਬਿਜ਼ਨਸ ਵਿੱਚ ਸੀਗੇ। ਲੇਕਿਨ ਇੱਕ ਵਾਰੀ ਐਸਾ ਮੋੜ ਆਇਆ ਅੱਜ ਤੋਂ 10-12 ਸਾਲ ਪਹਿਲਾਂ, ਜਦੋਂ 17 ਬੰਦਿਆਂ ਦੀ ਫਾਂਸੀ ਮਾਫ ਕਰਾਈ ਸੀ। ਉਸ ਦਿਨ ਤੋਂ ਬਾਅਦ ਫਿਰ ਇਹ ਜਿਹੜਾ ਰੁਝਾਨ ਹੈ ਨਾ, ਇਹ ਇਸ ਪਾਸੇ ਵੱਲ ਨੂੰ ਚੱਲ ਗਿਆ। ਇਸ ਪਾਸੇ ਜਾਂਦੇ ਜਾਂਦੇ ਅਸੀਂ ਇੰਨੇ ਕੁ ਡੁੱਬ ਗਏ ਇਹਦੇ ਵਿੱਚ ਕਿ ਜਿਸ ਪਾਸੇ ਵੀ ਪੰਜਾਬ 'ਚ ਨਿਗਾਹ ਮਾਰਦੇ ਹਾਂ ਕੁਛ ਨਾ ਕੁਛ ਹੋਣ ਵਾਲਾ ਉੱਥੇ ਪਿਆ ਹੋਇਆ। ਚਾਹੇ ਉਹ ਅਸੀਂ ਮੈਡੀਕਲ ਫੈਸਿਲਿਟੀ ਦੇਖ ਲਓ, ਮੈਡੀਕਲ ਸਹਾਇਤਾ ਦੇਖ ਲਓ, ਐਜੂਕੇਸ਼ਨ ਦੇਖ ਲਓ, ਵਿਡੋ ਪੈਨਸ਼ਨ ਸਕੀਮਾਂ ਹੋ ਗਈਆਂ ਸਾਡੀਆਂ, ਬੱਚਿਆਂ ਵੱਲ ਦੇਖ ਲਓ। ਮਤਲਬ ਕਿ ਇੰਨਾ ਕੁਝ ਹੋਣ ਵਾਲਾ ਸੀਗਾ। ਫਿਰ ਟਰਸਟ ਨੇ ਫੈਸਲਾ ਕਰਕੇ 2012 'ਚ ਇੱਕ ਟਰਸਟ ਬਣਾਇਆ, ਜਿਹਦੇ ਅੱਜ ਸਾਡੇ ਪੰਜਾਬ 'ਚ 30 ਆਫਿਸ ਹੈਗੇ ਨੇ। ਸਾਡੇ ਟੋਟਲ ਸਾਡੇ 88 ਆਫਿਸ ਹੈਗੇ ਨੇ। ਆਊਟ ਆਫ ਇੰਡੀਆ ਵੀ ਸਾਡੇ 18 ਆਫਿਸ ਹੈਗੇ ਨੇ, ਤੇ 1300-1400 ਸਾਡੇ ਮੈਂਬਰ ਹੈਗੇ ਨੇ। ਸੋ ਸਾਰੇ ਸੇਵਾਦਾਰ ਨੇ, ਸਾਰੇ ਸੇਵਾ 'ਚ ਲੱਗੇ, ਕੋਈ ਸੈਲਰੀ ਪੇਡ ਬੰਦਾ ਨਹੀਂ ਹੈਗਾ। ਜਿੰਨੀਆਂ ਸਾਡੀਆਂ ਟੀਮਾਂ ਦੇ ਮੇਨ ਬੰਦੇ ਨੇ ਸਾਰੇ ਫ੍ਰੀ ਨੇ। ਸੋ ਜਿਸਲੇ ਅਸੀਂ ਵਿੱਚ ਗਏ ਬੜੇ ਤੇ ਫਿਰ ਅੱਗੇ ਖੁੱਬਦੇ ਹੀ ਚਲੇ ਗਏ। ਤੇ ਹੁਣ ਅਸੀਂ ਜੇ ਚਾਹੀਏ ਵੀ ਫਿਰ ਵੀ ਅਸੀਂ ਛੱਡ ਕੇ ਬਾਹਰ ਨਹੀਂ ਆ ਸਕਦੇ। ਜਿੱਦਾਂ ਹੁਣ ਦੇਖੋ ਤੁਹਾਡੀਆਂ ਹਰ ਲੇਅਰਾਂ ਆਈਆਂ ਨਾ, ਸੋ ਇਸ ਵੇਵ ਦੇ ਵਿੱਚ ਵੀ ਹੁਣ ਸਾਨੂੰ ਅੱਗੇ ਨਜ਼ਰ ਆਉਂਦਾ ਕਿ ਨਹੀਂ, ਜੇ ਪਿੱਛੇ ਅਸੀਂ ਕੀਤਾ ਤੇ ਹੁਣ ਅੱਗੇ ਅਸੀਂ ਉਹ ਤੋਂ ਵੱਧ ਕੇ ਕਰੀਏ। ਤੇ ਅੱਜ ਮੈਂ ਸਮਝਦਾ ਕਿ ਜਿਹੜੇ ਪਲਾਂਟ ਲਾਏ ਨੇ ਇਹ ਬਹੁਤ ਜ਼ਰੂਰੀ ਸੀ। ਹਰ ਬੰਦਾ ਸੋਚਦਾ ਸੀ ਕਿ ਆਕਸੀਜਨ ਘੱਟ ਹੈ, ਲੇਕਿਨ ਇਹ ਨਹੀਂ ਸੀ ਸੋਚਿਆ ਕਿਸੇ ਨੇ ਵੀ ਅਸੀਂ ਪਲਾਂਟ ਲਾ ਦਈਏ, ਵੀ ਅਸੀਂ ਮਤਲਬ ਜੜੋਂ ਹੀ ਪੱਟ ਦਈਏ ਇਸ ਬਿਮਾਰੀ ਨੂੰ। ਸੋ ਉਹ ਅੱਜ ਜਿਹੜਾ ਮੈਂ ਬੜੀ ਖੁਸ਼ੀ ਨਾਲ ਕਹਿੰਦਾ ਕਿ ਅੱਜ ਇਹ ਜਿਹੜਾ ਸੀ ਇਹ ਕਿਸਮ ਦਾ ਸਾਡਾ ਇੰਨੀ ਕੁ ਆਕਸੀਜਨ ਪੈਦਾ ਕਰ ਦਿੱਤੀ ਹੈ ਕਿ ਇਕੱਲਾ ਪੰਜਾਬ ਨਹੀਂ, ਪੰਜਾਬ, ਹਰਿਆਣਾ, ਹਿਮਾਚਲ ਲਈ ਕਾਫੀ ਹੈ ਇਹ। ਅਫਗਾਨਿਸਤਾਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ 17 ਜਿਹੜੇ ਦੁਬਈ ਦੇ ਵਿੱਚ ਸੀਗੇ ਉਹਨਾਂ ਦੀ ਫਾਂਸੀ ਮਾਫ ਕਰਾਈ, ਯਾਨੀ ਕਿ ਤੁਸੀਂ ਮਨੁੱਖੀ ਜਾਨਾਂ ਜਿਹੜੀਆਂ ਨੇ ਉਹਦੀ ਵੀ ਬੜੀ ਕਦਰਾਂ ਕੀਮਤਾਂ ਰੱਖਦੇ ਹੋ ਤੁਸੀਂ। ਅਫਗਾਨਿਸਤਾਨ ਦੇ ਵਿੱਚ 200 ਦੇ ਕਰੀਬ ਸਿੱਖ ਜਿਹੜੇ ਨੇ ਉਹ ਫਸੇ ਹੋਏ ਨੇ, ਕਿਉਂਕਿ ਇਸ ਸਮੇਂ ਤਾਲਿਬਾਨ ਦਾ ਕਬਜ਼ਾ ਜਿਹੜਾ ਉਹ ਹੋ ਚੁੱਕਿਆ ਹੈ। ਸੋ ਉਹਦੇ ਲਈ ਵੀ ਕਿਤੇ ਨਾ ਕਿਤੇ ਤੁਸੀਂ ਕੋਈ ਕੋਸ਼ਿਸ਼ ਕਰੋਗੇ? ਦੇਖੋ ਹੁਣ ਥੋੜ੍ਹੇ ਘੰਟੇ ਪਹਿਲਾਂ ਦੀ ਗੱਲ ਹੈ ਜਦੋਂ ਕਿ ਏਅਰ ਇੰਡੀਆ ਨੇ ਅਨਾਉਂਸ ਕਰਤਾ ਸੀ ਕਿ 2 ਫਲਾਈਟਾਂ ਜਿਹੜੀਆਂ ਉਹ ਲਾ ਰਹੇ ਨੇ ਸਪੈਸ਼ਲ, ਲੇਕਿਨ ਉਹ ਜਦ ਉਹਨਾਂ ਨੇ 에ਅਰ ਲੌਕ ਕਰਤਾ ਉਹਨਾਂ ਨੇ ਕਿ ਫਲਾਈਟ ਜਾ ਹੀ ਨਹੀਂ ਸਕਦੀ ਕੋਈ ਵੀ, ਕਿਉਂਕਿ ਹੋਣ ਵਾਲਾ ਸੀ ਕੁਝ ਘੰਟਿਆਂ ਵਿੱਚ ਜਿਹੜਾ ਉਹ ਕਬਜ਼ਾ ਵੀ ਹੋ ਗਿਆ। ਬਾਕੀ ਇਹ ਜ਼ਰੂਰ ਦੱਸਣਾ ਚਾਹਾਂਗਾ ਮੈਂ ਕਿ 20,000 ਦੇ ਕਰੀਬ ਜਿਹੜੇ ਅਫਗਾਨੀ ਜਿਨ੍ਹਾਂ ਨੇ ਸ਼ਰਨ ਲਈ ਹੋਈ ਹੈ ਇੰਡੀਆ ਦੇ ਵਿੱਚ, ਜਿਹੜੇ ਕਿ ਦਿੱਲੀ, ਹੈਦਰਾਬਾਦ, ਪੂਨਾ, ਕਲਕੱਤਾ 'ਚ ਰਹਿ ਰਹੇ ਨੇ। ਸੋ ਉਹਨਾਂ ਦੇ ਅੰਬੈਸਡਰ ਸਾਹਿਬ ਦੇ ਕਹਿਣ ਮੁਤਾਬਕ ਜਿਹੜੀ ਪਿਛਲੀ ਈਦ ਨਿਕਲੀ ਹੈ, ਸੋ ਉਸ ਈਦ ਦੇ ਉੱਤੇ ਉਹਨਾਂ ਨੂੰ ਸਾਨੂੰ ਰਿਕੁਐਸਟ ਕੀਤੀ ਸੀ, ਰਾਸ਼ਨ ਚਾਹੀਦਾ ਸੀ 120 ਟਨ ਰਾਸ਼ਨ। ਮਤਲਬ ਅਸੀਂ 20,000 ਫੈਮਿਲੀ ਦਾ 1 ਮਹੀਨੇ ਦਾ ਰਾਸ਼ਨ, ਇੱਕ ਫੈਮਿਲੀ ਨੂੰ ਅਸੀਂ ਤਕਰੀਬਨ 30 ਕਿਲੋ ਰਾਸ਼ਨ ਦਿੱਤਾ। ਸੋ ਉਹ 1 ਮਹੀਨੇ ਦਾ ਰਾਸ਼ਨ ਦਿੱਤਾ। ਹੁਣ ਦੁਬਾਰਾ ਜਿਹੜੀ ਈਦ ਆਈ, ਫਿਰ ਉਸ ਈਦ ਉੱਤੇ ਫਿਰ ਅਸੀਂ ਉਹਨਾਂ ਨੂੰ ਰਾਸ਼ਨ ਫਿਰ ਦਿੱਤਾ ਦੁਬਾਰਾ। ਸੋ 2 ਮਹੀਨੇ ਅਸੀਂ ਦੋਨਾਂ ਈਦ ਦੇ ਉੱਤੇ ਰਾਸ਼ਨ ਅਸੀਂ ਪਹੁੰਚਾਇਆ। ਸੋ ਉਹ ਅਸੀਂ ਤਾਂ ਪਹੁੰਚਾਇਆ ਕਿ ਇਹ ਨਾ ਸੋਚੀਏ ਕਿ ਅਸੀਂ ਸਿਰਫ ਪੰਜਾਬ ਵਾਸਤੇ ਕਰੀਏ, ਹਰਿਆਣੇ ਵਾਸਤੇ ਕਰੀਏ ਜਾਂ ਇੰਡੀਆ ਵਾਸਤੇ ਕਰੀਏ। ਅਗਰ ਅਫਗਾਨੀ ਇੱਥੇ ਆਏ ਹੋਏ ਨੇ, ਸ਼ਰਨ ਲਈ ਉਹਨਾਂ ਨੇ ਸਾਡੇ, ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਵੀ ਸਾਥ ਦੇਈਏ। ਸੋ ਅਸੀਂ ਦਿੱਤਾ ਉਹਨਾਂ ਦਾ ਸਾਥ।
ਸੋ ਬਹੁਤ ਖੂਬਸੂਰਤ ਡਾਕਟਰ ਓਬਰਾਏ ਜਿਹੜੇ ਨੇ ਉਹ ਇਨਸਾਨ ਦੀ ਅਹਿਮੀਅਤ ਨੂੰ ਜਾਣਦੇ ਨੇ, ਕਿਉਂਕਿ ਜ਼ਿੰਦਗੀ ਜਿਹੜੀ ਆ ਚਾਹੇ ਮੁਸਲਿਮ ਦੀ ਹੋਵੇ, ਸਿੱਖ ਦੀ ਹੋਵੇ, ਹਿੰਦੂ ਦੀ ਹੋਵੇ ਜਾਂ ਕਿਸੇ ਵੀ ਧਰਮ ਦੇ ਬੰਦੇ ਦੀ ਹੋਵੇ, ਉਹ ਇਨਸਾਨ ਦੀ ਹੀ ਜ਼ਿੰਦਗੀ ਹੁੰਦੀ ਹੈ। ਸੋ ਕਿਤੇ ਨਾ ਕਿਤੇ ਜਿਹੜਾ ਇਹ ਆਕਸੀਜਨ ਦਾ ਪਲਾਂਟ ਲੱਗਿਆ ਹੈ, ਇਹ ਕਿਸੇ ਇੱਕ ਧਰਮ ਇੱਕ ਮਜ਼ਹਬ ਦੇ ਲਈ ਨਹੀਂ ਹੈ, ਇਹ ਹਰ ਇੱਕ ਬੰਦੇ ਦੇ ਲਈ ਹੈ ਜੋ ਇਸ ਧਰਤੀ ਦੇ ਉੱਪਰ ਰਹਿੰਦਾ ਆ, ਜਿਸ ਤੱਕ ਇਹ ਜਿਹੜੀ ਸੁਵਿਧਾ ਜਿਹੜੀ ਉਹ ਪਹੁੰਚ ਸਕਦੀ ਹੋਵੇ। ਉੱਥੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਸੀਗਾ ਉਹ ਜ਼ਰੂਰ ਕਿਤੇ ਨਾ ਕਿਤੇ ਸਿੱਖਾਂ ਦੇ ਵਿੱਚ ਕੰਮ ਕਰਦਾ ਹੈ ਕਿ ਅੱਜ ਵੀ ਉਹ ਮਾਨਸ ਕੀ ਜਾਸ ਸਭ ਇੱਕੇ ਪਹਿਚਾਨਵੇ ਨੂੰ, ਯਾਨੀ ਕਿ ਸਾਰਿਆਂ ਦੇ ਲਈ ਹੀ ਇਹ ਸਾਰੀ ਦੀ ਸਾਰੀ ਸੇਵਾ ਜਿਸ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਹੈ ਕਰੋਨਾ ਮਹਾਮਾਰੀ ਨੂੰ ਲੈ ਕੇ। ਜਿਹੜਾ ਇਹ ਪਲਾਂਟ ਲੱਗਿਆ ਹੈ ਕਿ ਆਕਸੀਜਨ ਦੀ ਕਮੀ ਦੇ ਕਾਰਨ ਕਿਤੇ ਇਹ ਮਨੁੱਖੀ ਜਾਨਾਂ ਨਾ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪੀਟਲ ਹੋਵੇ ਜਾਂ ਪੂਰੇ ਪੰਜਾਬ ਵਿੱਚ ਜਿੰਨੇ ਵੀ ਹਸਪੀਟਲ ਹੋਣ ਜਾਂ ਇੱਥੇ ਜਿੰਨੇ ਵੀ ਜ਼ਰੂਰਤਮੰਦਾਂ ਨੂੰ ਜ਼ਰੂਰਤ ਹੁੰਦੀ ਹੈ ਤੇ ਉੱਥੋਂ ਕੀ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਸੋ ਉਸ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਕਿਉਂਕਿ ਅੱਜ ਅੰਮ੍ਰਿਤਸਰ ਦੇ ਵਿੱਚ ਆਕਸੀਜਨ ਪਲਾਂਟ ਜਿਹੜਾ ਹੈ ਉਹਦਾ ਉਦਘਾਟਨ ਕੀਤਾ ਜਾ ਰਿਹਾ, ਸ਼ੁਰੂਆਤ ਕੀਤੀ ਜਾ ਰਹੀ ਹੈ। ਕਿਉਂਕਿ ਕਿਤੇ ਨਾ ਕਿਤੇ ਜੇ ਅਸੀਂ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਦੌਰਾਨ ਜਦੋਂ ਕਰੋਨਾ ਪੀਕ 'ਤੇ ਸੀਗਾ, ਉਸ ਸਮੇਂ ਆਕਸੀਜਨ ਦੀ ਘਾਟ ਦੇ ਕਾਰਨ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਗਏ। ਉਹ ਪੰਜਾਬ ਵਿੱਚ ਵੀ ਨਹੀਂ, ਦਿੱਲੀ ਦੇ ਵਿੱਚ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਸੀਗੀ, ਜਿਸ ਕਾਰਨ ਅਸੀਂ ਉਹਨਾਂ ਲੋਕਾਂ ਨੂੰ ਬਚਾ ਨਹੀਂ ਸਕੇ। ਸੋ ਇੱਕ ਵੱਡਾ ਜਿਹੜਾ ਸੀਗਾ ਇਸ ਸਮੇਂ ਅਹਿਦ ਜਿਹੜਾ ਸੀਗਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕੀਤਾ ਜਾ ਰਿਹਾ। ਸੋ ਸਾਡੇ ਨਾਲ ਮੌਜੂਦ ਨੇ ਸਰਦਾਰ ਨਵਜੀਤ ਸਿੰਘ, ਜਿਹੜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਖਜ਼ਾਨਚੀ ਨੇ। ਅਸੀਂ ਇਹ ਤਾਂ ਜ਼ਰੂਰ ਜਾਣ ਲਿਆ ਕਿ ਇੱਥੇ ਪਲਾਂਟ ਲੱਗ ਗਿਆ ਅੰਮ੍ਰਿਤਸਰ ਦੇ ਵਿੱਚ, ਔਰ ਤੁਹਾਨੂੰ ਕਿਵੇਂ ਲੱਗਿਆ ਕਿ ਇਹ ਬੜੀ ਵੱਡੀ ਜ਼ਰੂਰਤ ਹੈਗੀ ਆ, ਜਿਵੇਂ ਕਰੋਨਾ ਦੇ ਕਾਲ ਦੇ ਵਿੱਚ ਜਾਂ ਬਾਅਦ ਦੇ ਵਿੱਚ ਵੀ ਕਿਸੇ ਵੀ ਵੇਲੇ, ਕਿਉਂਕਿ ਸਰਕਾਰਾਂ ਕਿਤੇ ਨਾ ਕਿਤੇ ਇਸ ਟੌਪਿਕ ਨੂੰ ਜਾਂ ਸਿਹਤ ਸਹੂਲਤਾਂ ਨੂੰ ਬਹੁਤ ਪਿੱਛੇ ਰੱਖਦੀਆਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਜੀ ਆਇਆਂ ਕਹਿੰਦਾ ਜੀ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਮੇਨ ਮਕਸਦ ਇਹ ਹੋਇਆ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਕਿਸੇ ਸਮਾਜ ਦੇ ਵਿੱਚ ਥੋੜ੍ਹੇ ਜਿਹੇ ਪਿੱਛੇ ਰਹਿ ਜਾਂਦੇ ਨੇ, ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਤੇ ਉਹਨਾਂ ਦੀ ਹਰ ਪੱਖੋਂ ਮਦਦ ਕਰਨ ਵਾਸਤੇ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ। ਔਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਉੱਥੇ ਜਾ ਕੇ ਖੜ੍ਹਦਾ ਜਿੱਥੇ ਉਹਨੂੰ ਜ਼ਰੂਰਤ ਲੋਕਾਂ ਨੂੰ ਸਾਡੀ ਮਹਿਸੂਸ ਹੁੰਦੀ ਹੈ। ਕਰੋਨਾ ਕਾਲ ਦੇ ਵਿੱਚ ਜਦੋਂ ਇੱਕਦਮ ਇਹ ਜਿਹੜਾ ਪੈਂਡੈਮਿਕ ਆਇਆ ਸੀਗਾ, ਉਦੋਂ ਸਭ ਤੋਂ ਪਹਿਲਾਂ ਵੱਡੀ ਪ੍ਰੋਬਲਮ ਵੈਂਟੀਲੇਟਰ ਦੀ ਆਈ ਸੀ ਜੀ। ਔਰ ਓਬਰਾਏ ਸਾਹਿਬ ਨੇ ਪਹਿਲਾਂ ਹੀ ਜੱਜ ਕਰ ਲਿਆ ਸੀ, ਔਰ ਉਹ ਉਸੇ ਵੇਲੇ ਜਿਹੜੇ ਸਨ ਦੁਬਈ ਤੋਂ ਇੰਡੀਆ ਆ ਗਏ ਸਨ ਤੇ ਇੱਥੇ ਆ ਕੇ ਉਹਨਾਂ ਨੇ ਮਤਲਬ ਹਾਲੇ ਬਹੁਤ ਜ਼ਿਆਦਾ ਪੈਂਡੈਮਿਕ ਨਹੀਂ ਸੀ ਫੈਲਿਆ, ਉਹਨਾਂ ਨੇ ਉਸੇ ਵੇਲੇ ਜਿਹੜੇ ਵੈਂਟੀਲੇਟਰਾਂ ਦੇ ਆਰਡਰ ਦੇ ਦਿੱਤੇ ਸੀਗੇ ਔਰ ਵੈਂਟੀਲੇਟਰ ਇੱਕਦਮ ਸ਼ਾਰਟ ਵੀ ਹੋਏ ਔਰ ਸਭ ਪੂਰੇ ਵਰਲਡ ਲੈਵਲ ਦੀ ਹੋਇਆ ਸੀ। ਔਰ ਹਾਂ, ਔਰ ਸਭ ਤੋਂ ਪਹਿਲਾਂ ਜਿਹੜੇ ਵੈਂਟੀਲੇਟਰ ਸੀ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ 2 ਵੈਂਟੀਲੇਟਰ ਪਹਿਲੇ ਦਿਨਾਂ ਦੇ ਵਿੱਚ ਹੀ ਅਸੀਂ ਪ੍ਰੋਵਾਈਡ ਕਰਾਏ ਔਰ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਉਹ ਵੈਂਟੀਲੇਟਰਾਂ ਨੇ ਇੱਥੇ ਬਚਾਈਆਂ। ਉਹਦੇ ਤੋਂ ਬਾਅਦ ਜਿੰਨੀ ਵੀ ਡਿਮਾਂਡ ਪ੍ਰਸ਼ਾਸਨ ਵੱਲੋਂ, ਪੁਲਿਸ ਡਿਪਾਰਟਮੈਂਟ ਵੱਲੋਂ, ਗੁਰੂ ਨਾਨਕ ਦੇਵ ਹਸਪੀਟਲ ਵੱਲੋਂ ਆਈ, N95 ਮਾਸਕ ਸਨ, PPE ਕਿਟਸ ਸਨ, ਟ੍ਰਿਪਲ ਲੇਅਰ ਮਾਸਕ ਸਨ, ਸੈਨੀਟਾਈਜ਼ਰ ਸਨ ਔਰ ਵੱਡੀ ਮਾਤਰਾ ਦੇ ਵਿੱਚ, ਮੈਂ ਗਿਣਤੀ ਨਹੀਂ ਹਲੇ ਤੁਹਾਨੂੰ ਦੱਸ ਸਕਦਾ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ 3-4 ਖੇਪਾਂ ਦੇ ਵਿੱਚ ਅਸੀਂ ਇਹਨਾਂ ਨੂੰ ਪਹੁੰਚਾਈ ਔਰ ਜਿੰਨੀ ਮਾਤਰਾ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਅਸੀਂ ਉਹਨਾਂ ਹੀ ਉਹਨਾਂ ਡਿਪਾਰਟਮੈਂਟਾਂ ਨੂੰ ਸਾਰਿਆਂ ਨੂੰ ਅਸੀਂ ਉਹ ਚੀਜ਼ਾਂ ਪਹੁੰਚਾਈਆਂ। ਦਿੱਲੀ ਵੀ ਦੇਖਿਆ ਸੀਗਾ ਕਿ ਦਿੱਲੀ ਵੀ ਕਿਟਸ ਸੀਗੀਆਂ ਛੋਟੀਆਂ, ਜਿਹਦੇ ਵਿੱਚ ਮੈਡੀਸਿਨ ਜਿੰਨੀ ਵੀ ਇੱਕ ਕਰੋਨਾ ਪੇਸ਼ੈਂਟ ਨੂੰ ਚਾਹੀਦੀ ਹੁੰਦੀ ਆ ਪੂਰੀ ਦੀ ਪੂਰੀ ਪ੍ਰੋਵਾਈਡ ਕਰਵਾਈਆਂ ਗਈਆਂ ਸੀਗੀਆਂ। ਮਤਲਬ ਉੱਥੋਂ ਤੱਕ ਵੀ ਕਿਸਾਨਾਂ ਤੱਕ ਵੀ ਤੁਹਾਡੀ ਪਹੁੰਚ ਜਿਹੜੀ ਸੀਗੀ ਪੂਰੀ ਸੀ। ਹਾਂਜੀ, ਜਿੱਥੇ ਵੀ ਅਸੀਂ ਦੇਖਿਆ ਕਿ ਸਾਨੂੰ ਲੋੜ ਆ, ਹੁਣ ਅਸੀਂ ਕਰੋਨਾ ਕਾਲ ਦੇ ਵਿੱਚ ਅਸੀਂ ਜਿੰਨੇ ਵੀ ਟੀਮ ਮੈਂਬਰ ਸਨ ਅਸੀਂ ਘਰ ਨਹੀਂ ਬੈਠੇ ਇੱਕ ਦਿਨ ਵੀ ਨਹੀਂ। ਲੋਕਾਂ ਨੂੰ ਭੁੱਖਮਰੀ ਦੇ ਵੀ ਸ਼ਿਕਾਰ ਸਨ, ਪੁਲਿਸ ਡਿਪਾਰਟਮੈਂਟ ਵਾਲਿਆਂ ਨੂੰ ਪੂਰਾ ਸਮਾਨ ਨਹੀਂ ਸੀ ਮਿਲ ਰਿਹਾ ਔਰ ਅਸੀਂ PPE ਕਿੱਟਾਂ, ਸੈਨੀਟਾਈਜ਼ਰ ਔਰ N95 ਮਾਸਕ ਔਰ ਟ੍ਰਿਪਲ ਲੇਅਰ ਮਾਸਕ ਅਸੀਂ ਆਪਣੀਆਂ ਗੱਡੀਆਂ ਦੇ ਵਿੱਚ ਰੱਖੇ ਸੀ। ਇਹ ਸਾਰੀਆਂ ਚੀਜ਼ਾਂ, ਕਿਉਂਕਿ ਜੇ ਅਸੀਂ ਗੱਲ ਕਰੀਏ ਤਾਂ ਉਦੋਂ ਤਾਂ ਇੱਕ ਕਾਲ ਪੈ ਗਿਆ ਸੀ ਇਹਨਾਂ ਚੀਜ਼ਾਂ ਦਾ, ਨਾ ਤਾਂ PPE ਕਿੱਟਾਂ ਮਿਲਦੀਆਂ ਸੀ, ਸੈਨੀਟਾਈਜ਼ਰ ਦੇ ਰੇਟਸ ਬਹੁਤ ਅਪ ਹੋ ਚੁੱਕੇ ਸੀਗੇ। ਜੇ ਅਸੀਂ ਗੱਲ ਕਰੀਏ ਤਾਂ ਮਾਸਕ ਜਿਹੜਾ ਸੀਗਾ ਆਮ ਬੰਦਾ ਉਹ ਖਰੀਦ ਹੀ ਨਹੀਂ ਸਕਦਾ ਸੀ, ਤੁਸੀਂ ਉਹ ਕਿੱਥੋਂ ਪ੍ਰੋਵਾਈਡ ਕਰ? ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਅਸੀਂ ਜੋ ਹੁਣ ਤੱਕ ਦਾ ਸੀਗੇ ਉਦੋਂ ਪੈਂਡੈਮਿਕ ਦੇ ਵਿੱਚ ਇਹ 5-5 ਗੁਣਾ ਰੇਟ ਤੇ ਵੀ ਚੀਜ਼ਾਂ ਖਰੀਦੀਆਂ ਗਈਆਂ ਔਰ ਐਡਵਾਂਸ ਦੇ ਵਿੱਚ ਜਦੋਂ ਇਹ ਪੈਂਡੈਮਿਕ ਸ਼ੁਰੂ ਹੋਇਆ ਉਦੋਂ ਐਡਵਾਂਸ ਦੇ ਵਿੱਚ ਅਸੀਂ ਆਰਡਰ ਦੇ ਦਿੱਤੇ ਸੀ ਕਿ ਸਾਨੂੰ ਪਤਾ ਲੱਗ ਗਿਆ ਸੀ ਕਿ ਓਬਰਾਏ ਸਾਹਿਬ ਦਾ ਇੰਨਾ ਵਿਜ਼ਨ ਸੀ ਕਿ ਇਹ ਚੀਜ਼ ਦੀ ਲੋੜ ਪੈਣੀ ਹੈ ਔਰ ਉਹਨਾਂ ਨੂੰ ਡਿਉੜੇ ਰੇਟ ਤੇ, ਦੁੱਗਣੇ ਰੇਟ ਤੇ ਜਿੰਨਾ ਵੀ ਰੇਟ ਕਿਸੇ ਨੇ ਮੰਗਿਆ, ਜਿੰਨਾ ਵੀ ਸਮਾਨ ਕਿਸੇ ਕੋਲ ਪਿਆ ਸੀ ਅਸੀਂ ਉਹਨਾਂ ਕੋਲੋਂ ਉਸ ਰੇਟ ਤੇ ਹੀ ਖਰੀਦ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਲੋਕਾਂ ਤੱਕ ਪਹੁੰਚਾਇਆ ਔਰ ਹਸਪੀਟਲਾਂ ਤੱਕ ਪਹੁੰਚਾਇਆ। ਇਸੇ ਵਾਸਤੇ ਜਿਹੜਾ ਸੀ ਕਿ ਅਸੀਂ ਪ੍ਰੋਵਾਈਡ ਕਰਾ ਰਹੇ ਸਾਨੂੰ, ਲੋਕਾਂ ਨੂੰ ਮਿਲ ਨਹੀਂ ਸੀ ਰਿਹਾ
ਔਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਅਸੀਂ ਗੱਡੀਆਂ ਦੇ ਵਿੱਚ ਸਮਾਨ ਰੱਖਿਆ ਸੀ ਜਿੱਥੇ ਸਾਨੂੰ ਪੁਲਿਸ ਦੀ ਕਿਤੇ ਟੀਮ ਦਿਸਦੀ ਸੀ, ਅਸੀਂ ਉਹਨਾਂ ਨੂੰ ਸੈਨੀਟਾਈਜ਼ਰ ਤੇ N95 ਮਾਸਕ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ। ਸਭ ਪ੍ਰਸ਼ਾਸਨ ਦੇ ਵਿੱਚ ਜਿੱਥੇ ਡੈੱਡ ਬੋਡੀਜ਼ ਜਦੋਂ ਲੈ ਕੇ ਜਾਂਦੇ ਸਨ ਉਹਨਾਂ ਕੋਲ PP ਕਿੱਟਾਂ ਨਹੀਂ ਸੀ ਹੈਗੀਆਂ ਜਿਹੜੇ ਲੈ ਕੇ ਜਾਂਦੇ ਸਨ। ਫਿਰ ਅਸੀਂ SDM ਸਾਹਿਬ ਨੇ ਸਾਨੂੰ ਦੱਸਿਆ, ਉਹਨਾਂ ਨੂੰ ਅਸੀਂ PP ਕਿੱਟਾਂ ਜਿਹੜੀਆਂ ਅਸੀਂ ਪ੍ਰੋਵਾਈਡ ਕਰਾਈਆਂ ਔਰ ਕਿਹਾ ਕਿ ਜਿੰਨੀ ਵੀ ਤੁਹਾਨੂੰ ਜ਼ਰੂਰਤ ਆ ਸਾਨੂੰ ਕਿਸੇ ਵੀ ਰੇਟ ਤੇ ਖਰੀਦਣਾ ਪਵੇ ਅਸੀਂ ਖਰੀਦ ਕੇ ਤੇ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਪ੍ਰੋਵਾਈਡ ਕਰਾਵਾਂਗੇ। ਸੋ ਅੱਜ ਜਿਹੜਾ ਇਹ ਪਲਾਂਟ ਲਗਾਇਆ ਗਿਆ ਆਕਸੀਜਨ ਦੀ ਕੈਪੈਸਿਟੀ ਕੀ ਹੈਗੀ ਆ, ਕਿੰਨੇ ਕੁ ਪੇਸ਼ੈਂਟਸ ਨੇ ਜਿਹੜੇ ਆ ਹੋਰ ਜਿਹੜੇ ਲੋੜਵੰਦ ਨੇ ਉਹ ਕਿਉਂਕਿ ਕਰੋਨਾ ਦਾ ਪੈਂਡੈਮਿਕ ਅਜੇ ਵੀ ਬਣਿਆ ਹੋਇਆ ਹੈ, ਅਜੇ ਵੀ ਕਿਤੇ ਉਹ ਖਤਮ ਨਹੀਂ ਹੋ ਰਿਹਾ ਕਿਉਂਕਿ ਲੁਧਿਆਣਾ 'ਚ ਅਸੀਂ ਸੁਣਦੇ ਹਾਂ ਫਿਰ ਛੋਟੇ ਬੱਚਿਆਂ ਨੂੰ ਕਰੋਨਾ ਹੋ ਗਿਆ ਜਾਂ ਤੀਜੀ ਲਹਿਰ ਆਉਣ ਦਾ ਜਿਹੜਾ ਖਤਰਾ ਉਹ ਬਣਿਆ ਹੋਇਆ। ਦੇਖੋ ਜੀ ਇਹ ਪਲਾਂਟ ਜਿਹੜੇ ਨੇ ਟੋਟਲ 5 ਪਲਾਂਟ ਜਿਹੜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਲਗਾਏ ਜਾ ਰਹੇ ਨੇ ਔਰ 2 ਪਲਾਂਟ ਜਿਹੜੇ ਆ ਉਹ ਫਰੀਦਕੋਟ ਦੇ ਵਿੱਚ ਸ਼ੁਰੂ ਹੋ ਗਏ ਨੇ। ਇੱਕ ਪਲਾਂਟ ਜਿਹੜਾ 1000 ਲੀਟਰ ਕਪੈਸਿਟੀ ਦਾ ਜਿਹੜਾ ਇੱਥੇ ਲੱਗ ਰਿਹਾ ਔਰ ਲਗਭਗ ਮੈਨੂੰ ਟੈਕਨੀਕਲੀ ਨਹੀਂ ਪਤਾ ਪਰ ਇਹ 1 ਮਿੰਟ ਜਾਂ ਕੁਝ ਸਮੇਂ ਦੇ ਵਿੱਚ 1000 ਲੀਟਰ ਜਿਹੜੀ ਆਕਸੀਜਨ ਇਹ ਪ੍ਰੋਡਿਊਸ ਕਰ ਦੇਗਾ। ਵੈਸੇ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਕਿੰਨੀ ਕੁ ਕੈਪੈਸਿਟੀ ਸੀਗੀ ਲੋਕਾਂ ਨੂੰ ਬਚਾਉਣ ਦੇ ਲਈ, ਕਿੰਨੇ ਕੁ ਸਿਲੰਡਰ ਮੈਕਸਿਮਮ ਇਹਦੇ ਇੱਥੇ ਮੌਜੂਦ ਸੀਗੇ ਆਕਸੀਜਨ ਨਾਲ ਭਰੇ ਹੋਏ ਔਰ ਇਹਦੇ ਨਾਲ ਕਿੰਨਾ ਕੁ ਜਿਹੜਾ ਉਹ ਵਾਧਾ ਹੋਊਗਾ ਉਹਨਾਂ ਸਿਲੰਡਰਾਂ ਦੇ? ਦੇਖੋ ਕਪੈਸਿਟੀ ਜਿਹੜੀ ਆ ਉਹ ਪ੍ਰਸ਼ਾਸਨ ਐਗਜ਼ੈਕਟ ਦੱਸ ਸਕਦਾ ਕਿ ਉਹਨਾਂ ਨੇ ਕੀ ਉਹਨਾਂ ਦਾ ਐਸਟੀਮੇਟ ਹੈ ਔਰ ਕਿੰਨੀ ਕੁ ਪੇਸ਼ੈਂਟ ਨੂੰ ਜਿਹੜੀ ਆਕਸੀਜਨ ਚਾਹੀਦੀ ਆ। ਇਹ ਜਿਹੜਾ ਪਲਾਂਟ ਇੱਥੇ ਲਾਇਆ ਗਿਆ ਇਹ ਐਮਰਜੈਂਸੀ ਹੈ ਕਿਉਂਕਿ ਪੈਂਡੈਮਿਕ ਹਾਲੇ ਬਿਲਕੁਲ ਖਤਮ ਨਹੀਂ ਹੋਇਆ ਕਰੋਨਾ ਕਾਲ ਦਾ ਔਰ ਇਹ ਤੀਸਰੀ ਲਹਿਰ ਦੀ ਸੰਭਾਵਨਾ ਜਿਹੜੀ ਹੈ ਸ਼ਾਇਦ ਦੂਸਰੀ ਲਹਿਰ ਨਾਲੋਂ ਵੀ ਵਰਸਟ ਹੋਣ ਵਾਲੀ ਹੈ। ਅਸੀਂ ਅੰਦਾਜ਼ਾ ਲਗਾ ਸਕਦੇ ਹਾਂ, ਹੋਵੇ ਨਾ ਪਰਮਾਤਮਾ ਕਰੇ ਨਾ ਹੋਵੇ। ਔਰ ਇਹ ਚੀਜ਼ ਦੀ ਕਪੈਸਿਟੀ ਜਿਹੜੀ ਆ ਇਹ ਇੱਕ ਕਹਿ ਲਓ ਕਿ ਕੈਪੈਸਿਟੀ ਬਿਲਡਿੰਗ ਹੈ ਜਾਂ ਬੂਸਟ ਕਰਨ ਵਾਸਤੇ ਆ ਕਿ ਜਿੰਨੀ ਪ੍ਰਸ਼ਾਸਨ ਕੋ ਆਕਸੀਜਨ ਆ ਉਹਦੀ ਐਕਸੈਸ ਉਹਨਾਂ ਨੂੰ ਆਕਸੀਜਨ ਮਿਲੇ। ਔਰ ਇਹ ਵੱਡੀ ਗੱਲ ਹੈ ਕਿ ਇਹ ਜਿਹੜਾ ਇੰਪੋਰਟੈਂਟ ਪਲਾਂਟ ਆ ਔਰ ਇਹਦੇ ਨਾਲ ਅਸੀਂ ਇੱਕ ਦਿਨ ਦੇ ਵਿੱਚ ਲਗਭਗ 250 ਸਿਲੰਡਰ ਜਿਹੜਾ ਹੈ ਉਹ ਫਿਲ ਕਰ ਸਕਦੇ ਹਾਂ। ਜੇ ਕਿਤੇ ਇੱਥੇ ਜ਼ਰੂਰਤ ਨਹੀਂ ਆ ਇਹਨੂੰ ਚਲਾ ਕੇ ਅਸੀਂ ਇੱਥੋਂ ਸਿਲੰਡਰ ਜਿਹੜੇ ਆ ਫਿਲ ਕਰਕੇ ਅਸੀਂ ਮਾਝੇ ਜਿਹਦੇ ਵਿੱਚ ਕਿਤੇ ਸਟੋਰ ਕਰਕੇ ਰੱਖ ਸਕਦੇ ਹਾਂ ਜਾਂ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਹੈ ਚਾਹੇ ਉਹ ਪ੍ਰਸ਼ਾਸਨ ਦੇ ਕਿਸੇ ਵੀ ਹਸਪੀਟਲ ਦੇ ਵਿੱਚ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਲੋੜ ਪੈਂਦੀ ਹੈ ਤੇ ਇੱਥੋਂ ਫਿਲ ਕਰਾ ਕੇ ਲਿਜਾ ਸਕਦੇ ਹਾਂ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਸ ਚੀਜ਼ 'ਤੇ ਵੀ ਜ਼ੋਰ ਦਊਗਾ ਕਿ ਕੱਲ੍ਹ ਨੂੰ ਇਸ ਨੂੰ ਬਲੈਕ ਨਾ ਕੀਤਾ ਜਾਵੇ ਜਦੋਂ ਜ਼ਰੂਰਤ ਪੈਂਦੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਬਹੁਤ ਜਗ੍ਹਾ 'ਤੇ ਉੱਪਰ ਆਕਸੀਜਨ ਦੇ ਸਿਲੰਡਰ ਬਲੈਕ 'ਚ ਮਿਲੇ ਔਰ ਲੋਕਾਂ ਨੂੰ ਜਾਨਾਂ ਆਪਣੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਭੱਜਣਾ ਪਿਆ। ਬੇਸ਼ੱਕ ਦਿੱਲੀ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਸਿੱਖਾਂ ਨੇ ਲੰਗਰ ਲਾਤੇ, ਮੁੱਲ ਵੱਧ ਰੇਟ ਦੇ ਕੇ ਖਰੀਦ ਕੇ ਮੁੱਲ ਉਹਨਾਂ ਚੀਜ਼ਾਂ ਨੂੰ ਤੇ ਦਿੱਤੇ, ਪਰੰਤੂ ਆਮ ਬੰਦਾ ਕਿਤੇ ਨਾ ਕਿਤੇ ਇੱਥੇ ਪਿਸਦਾ ਨਜ਼ਰ ਆਉਂਦਾ ਸੀਗਾ ਕਿ ਇਸ ਚੀਜ਼ 'ਤੇ ਖਾਸ ਧਿਆਨ ਦਿੱਤਾ ਜਾਵੇ ਕੱਲ੍ਹ ਨੂੰ ਇਹਦਾ ਕਿਤੇ ਗਲਤ ਇਸਤੇਮਾਲ ਨਾ ਹੋਵੇ। ਦੇਖੋ ਜੀ ਪ੍ਰਾਈਵੇਟ ਜਿਹੜੇ ਹਸਪੀਟਲ ਆ ਜਿਨ੍ਹਾਂ ਕੋਲ ਆਕਸੀਜਨ ਹੁੰਦੀ ਆ ਉਹ ਤਾਂ ਕੁਝ ਵੀ ਕਰ ਸਕਦੇ ਆ। ਸਰਕਾਰੀ ਕਾਗਜ਼ਾਂ ਦੇ ਵਿੱਚ ਜਿੰਨੀ ਵੀ ਆਕਸੀਜਨ ਤੁਹਾਡੇ ਕੋਲ ਪ੍ਰੋਡਿਊਸ ਹੁੰਦੀ ਆ ਉਹ 1-1 ਲੀਟਰ ਦਾ ਜਿਹੜਾ ਹਿਸਾਬ ਜਿਹੜਾ ਉਹ ਰੱਖਿਆ ਜਾਂਦਾ ਹੈ। ਔਰ ਜਦੋਂ ਕਰੋਨਾ ਕਾਲ ਫੈਲਦਾ ਉਦੋਂ ਤਾਂ ਹੋਰ ਜ਼ਿਆਦਾ ਸਖਤੀ ਜਿਹੜੀ ਉਹ ਸਰਕਾਰੀ ਤੰਤਰ ਜਿਹੜਾ ਉਹ ਜ਼ਿਆਦਾ ਐਕਟਿਵ ਹੋ ਜਾਂਦਾ ਔਰ ਸਾਡੀ ਵੀ ਇਹ ਆਸ ਅਸੀਂ ਕਰਦੇ ਹਾਂ ਵੀ ਇਹੋ ਜਿਹਾ ਇੱਥੇ ਨਾ ਵਾਪਰੇ ਔਰ ਅਸੀਂ ਵੀ ਜਿੰਨਾ ਕਿ ਇਹਨਾਂ ਨੂੰ ਮਦਦ ਹੋ ਸਕਦੀ ਹੋਊਗੀ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਔਰ ਜਿੱਥੋਂ ਤੱਕ ਸਾਡੀ ਸੇਵਾ ਲਾਉਣਗੇ ਇਹਨੂੰ ਚਲਾਉਣ ਦੇ ਵਿੱਚ ਜਾਂ ਇੱਥੇ ਡਿਊਟੀਆਂ ਦੇਣ ਦੇ ਵਿੱਚ ਅਸੀਂ ਸਾਰੀ ਟੀਮ ਜਿਹੜੀ ਉਹ ਹਰ ਵੇਲੇ ਹਾਜ਼ਰ ਰਵਾਂਗੇ ਇੱਥੇ ਔਰ ਕੋਸ਼ਿਸ਼ ਕਰਾਂਗੇ ਇਹੋ ਜਿਹਾ ਕੰਮ ਨਾ ਹੋਵੇ ਇੱਥੇ। ਹਾਂਜੀ। ਸੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਹੋਰ ਵੀ ਬਹੁਤ ਕੁਝ ਕੀਤਾ ਹੈ, ਬੜੇ ਕਾਰਜ ਕੀਤੇ ਨੇ। ਨੌਜਵਾਨਾਂ ਨੂੰ ਦੁਬਈ ਵਿੱਚੋਂ ਛੁਡਾ ਕੇ ਲਿਆਉਣਾ, ਜਿਨ੍ਹਾਂ ਦੀਆਂ ਸਜ਼ਾਵਾਂ ਹੋ ਚੁੱਕੀਆਂ ਸੀਗੀਆਂ ਉਹਨਾਂ ਦੇ ਲਈ ਬਹੁਤ ਪੈਸੇ ਵੀ ਭਰੇ ਨੇ। ਕਿਵੇਂ ਉਹਨਾਂ ਨੂੰ ਇਹ ਇੰਨਾ ਹੁਲਾਰਾ ਜਿਹੜਾ ਡਾਕਟਰ ਓਬਰਾਏ ਸਾਹਿਬ ਨੂੰ ਕਿੱਥੋਂ ਮਿਲਦਾ ਹੈਗਾ ਕਿ ਇੰਨੀ ਸੇਵਾ ਜਿਹੜੀ ਉਹ ਕਰਨੀ ਹੈ? ਦੇਖੋ ਜੀ ਇਹ ਤੇ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਇਹ ਬਿਲਕੁਲ ਨਹੀਂ ਹੋ ਸਕਦਾ ਜੀ। ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਇਹ ਜਿਹੜੀ ਸੇਵਾ ਆ ਇਹ ਕਰਮਾਂ ਨਾਲ ਹੀ ਮਿਲਦੀ ਹੈ ਔਰ ਪਰਮਾਤਮਾ ਦੀ ਉਹਨਾਂ 'ਤੇ ਬਹੁਤ ਬਖਸ਼ਿਸ਼ ਹੈ ਜੀ ਔਰ ਅਸੀਂ ਜਿੰਨਾ ਵੀ ਉਹਨਾਂ ਦਾ ਤਾਰੀਫ ਕਰੀਏ ਜਾਂ ਜਿੰਨਾ ਵੀ ਉਹਨਾਂ ਦੀ ਪ੍ਰੇਜ਼ ਕਰੀਏ ਉਹ ਓਨੀ ਹੀ ਘਟਦੀ ਜਾਂਦੀ ਹੈ ਔਰ ਉਹਨਾਂ ਦੇ ਕੰਮ ਓਨੇ ਹੀ ਜ਼ਿਆਦਾ ਜਿਹੜੇ ਆ ਉਹ ਵੱਧਦੇ ਜਾਂਦੇ ਆ। ਔਰ ਜਿੱਥੋਂ ਤੱਕ ਮੇਰਾ ਖਿਆਲ ਕੋਈ ਖੇਤਰ ਓਬਰਾਏ ਸਾਹਿਬ ਨੇ ਨਹੀਂ ਛੱਡਿਆ ਜਿਹਦੇ 'ਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਉਹ ਐਕਟਿਵ ਨਹੀਂ ਹੋਇਆ। ਜੇ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਜਦੋਂ ਸਭ ਤੋਂ ਪਹਿਲਾਂ ਯੂਨਿਟ ਇੱਥੇ ਬਣਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਜਿਹੜੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਅੰਮ੍ਰਿਤਸਰ ਦੇ ਵਿੱਚ ਆਏ ਆ। ਲਗਭਗ ਕੋਈ 180 ਦੇ ਲਾਗੇ ਚਾਗੇ ਪੈਨਸ਼ਨਸ ਨੇ ਜਿਹੜੀਆਂ ਵਿਡੋਜ਼ ਨੂੰ ਅਸੀਂ ਦੇ ਰਹੇ ਹਾਂ। ਬਹੁਤ ਸਾਰੇ ਔਰਫਨ ਬੱਚੇ ਨੇ ਜਿਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਅਡਾਪਟ ਕੀਤਾ ਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫ੍ਰੀ ਆਫ ਕਾਸਟ ਅੱਖਾਂ ਦੇ ਆਪਰੇਸ਼ਨ ਜਿਹੜੇ ਆ ਉਹ ਲਗਾਏ ਗਏ ਆ। ਔਰ ਮੈਡੀਕਲ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਡਾਇਲਸਿਸ ਦੀ ਆ ਜਾਂਦੀ ਹੈ। ਜਿਨ੍ਹਾਂ ਨੂੰ ਗੁਰਦਿਆਂ ਦੀ ਬਿਮਾਰੀ ਪੇਸ਼ੈਂਟਸ ਨੂੰ ਹੁੰਦੀ ਆ ਉਹਦੇ 'ਚ 4 ਡਾਇਲਸਿਸ ਮਸ਼ੀਨਾਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇੱਥੇ EMC ਹਸਪੀਟਲ ਆ
ਆਪਣਾ ਗ੍ਰੀਨ ਐਵਨਿਊ ਦੇ ਵਿੱਚ ਉੱਥੇ ਲਗਾਈਆਂ ਗਈਆਂ ਨੇ ਔਰ ਉੱਥੇ ਮਾਤਰ ਜਿਹੜਾ ਨੋਮੀਨਲ ਰੇਟ 750 ਰੁਪਈਆ ਜਿਹੜਾ ਉਹਦੇ 'ਚ ਡਾਇਲਿਸਿਸ ਹੋ ਜਾਂਦਾ ਔਰ ਵੱਡੀ ਗੱਲ ਹੈ ਇੱਕ ਮਸ਼ੀਨ ਅਸੀਂ ਵੱਖਰੀ ਜਿਹੜੀ ਆ ਉਹ HIV ਪੇਸ਼ੈਂਟ ਵਾਸਤੇ ਲਗਾਈ ਹੈ। ਜਿਹੜਾ HIV ਪੇਸ਼ੈਂਟ ਹੁੰਦਾ ਹੈ ਉਹਦਾ ਨਾਰਮਲੀ ਜਿਹੜਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਡਾਇਲਿਸਿਸ ਦਾ ਖਰਚਾ ਉਹ ਲਗਭਗ 8 ਤੋਂ 10,000 ਰੁਪਏ ਦਾ ਔਰ ਅਸੀਂ ਸਿਰਫ ਉਹ 750 ਰੁਪਏ 'ਚ ਕਰਦੇ ਹਾਂ ਔਰ ਕਿੱਟ ਉਹਦੀ ਇੱਕ ਵਾਰੀ ਯੂਜ਼ ਹੁੰਦੀ ਆ ਔਰ ਜਿਹੜੀਆਂ ਬਾਕੀ ਦੀਆਂ 2 ਕਿੱਟਾਂ ਉਹਨਾਂ ਨੂੰ ਲੱਗਣੀਆਂ ਹੁੰਦੀਆਂ ਉਹ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ। ਇਹਦੇ ਨਾਲ ਦੀ ਨਾਲ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਜਿੰਨੇ ਵੀ ਡਾਇਲਿਸਿਸ ਹੁੰਦੇ ਆ ਚਾਹੇ ਉਹ ਕਰੋਨਾ ਪੇਸ਼ੈਂਟ ਦੇ ਹੋਣ ਚਾਹੇ ਉਹ ਨਾਰਮਲ ਡਾਇਲਿਸਿਸ ਯੂਨਿਟ ਦੇ ਵਿੱਚ ਹੋਣ ਸਾਰੀਆਂ ਕਿੱਟਾਂ ਜਿਹੜੀਆਂ ਆ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਆ ਉਹ ਫ੍ਰੀ ਆਫ ਕਾਸਟ ਪੇਸ਼ੈਂਟ ਨੂੰ ਦਿੰਦਾ। ਇੱਕ ਮੇਰੇ ਇਹਦੇ ਨਾਲ ਕਿਉਂਕਿ ਦਵਾਖਾਨਾ ਖੋਲ੍ਹਣਾ ਹੈ ਨਾ ਜਿਹੜਾ ਇਹ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਗੁਰੂ ਹਰਾਏ ਪਾਤਸ਼ਾਹ ਜੀ ਨੇ ਵੀ ਦਵਾਖਾਨਾ ਖੋਲ੍ਹਿਆ ਸੀਗਾ ਪਰ ਉੱਥੇ ਨਾਲ ਕਿਤੇ ਨਾ ਕਿਤੇ ਹਰਿਆਲੀ ਦੀ ਕੁਦਰਤ ਦੀ ਉਹਨੂੰ ਸਾਂਭਣ ਦੀਆਂ ਬੜੀਆਂ ਕੋਸ਼ਿਸ਼ਾਂ ਗੁਰੂ ਸਾਹਿਬ ਨੇ ਕੀਤੀਆਂ ਔਰ ਸਿੱਖਾਂ ਨੂੰ ਵੀ ਕਿਹਾ। ਅੱਜ ਵੇਈਂ ਨਦੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਅੱਜ ਜਿਹੜੀ ਸਾਫ਼ ਸਫਾਈ ਕੀਤੀ ਗਈ ਹੈ ਉਹਦੇ ਲਈ ਵੀ ਉੱਥੋਂ ਦੇ ਜਿਹੜੇ ਸੰਤ ਸੀਚੇਵਾਲ ਨੇ ਉਹਨਾਂ ਦਾ ਬੜਾ ਵੱਡਾ ਅਹਿਦ ਸੀਗਾ ਕਿ ਉਹਨਾਂ ਨੇ ਇਕੱਲਿਆਂ ਨੇ ਹੀ ਇਹ ਇੰਨਾ ਵੱਡਾ ਕੰਮ ਕੀਤਾ ਹੈ। ਸੋ ਕੀ ਲੱਗਦਾ ਹੈ ਕਿ ਸਾਨੂੰ ਦੋਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਤਾਂ ਜਿਵੇਂ ਸੰਸਥਾਵਾਂ ਜਾਂ ਸਰਕਾਰਾਂ ਇੱਕ ਵਾਰੀ ਉਹ ਚੀਜ਼ ਨੂੰ ਪਲਾਂਟ ਕਰ ਲੈਂਦੇ ਗੁਰੂ ਨਾਨਕ ਦੇਵ ਹਸਪੀਟਲ ਬਣ ਗਿਆ ਹੁਣ ਪੇਸ਼ੈਂਟ ਪੈਦਾ ਕਿਉਂ ਹੁੰਦੇ ਆ ਬਣਦੇ ਕਿਉਂ ਆ ਉਹਦਾ ਮੇਨ ਰੀਜ਼ਨ ਕਿਤੇ ਨਾ ਕਿਤੇ ਵਾਤਾਵਰਨ ਹੁੰਦਾ ਉਹਦੇ 'ਤੇ ਵੀ ਕਿਤੇ ਨਾ ਕਿਤੇ ਸੰਸਥਾਵਾਂ ਧਿਆਨ ਜ਼ਰੂਰ ਦੇਣਗੀਆਂ। ਦੇਖੋ ਜੀ ਜਿੱਥੋਂ ਤੱਕ ਵਾਤਾਵਰਨ ਦਾ ਸਵਾਲ ਹੈ ਉੱਥੇ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਉਹ ਰਿਲੇਟ ਕਰਦਾ ਹੈ ਔਰ ਜਿੰਨੀ ਯਥਾਯੋਗ ਮਦਦ ਹੋ ਸਕਦੀ ਹੈ ਉਹਨਾਂ ਦੀ ਕੀਤੀ ਜਾਂਦੀ ਹੈ ਔਰ ਜਿੱਥੋਂ ਤੱਕ ਜਦੋਂ ਕੋਈ ਪੇਸ਼ੈਂਟ ਬਣ ਹੀ ਜਾਂਦਾ ਆ ਤਾਂ ਉਹਦੀਆਂ ਜਿਹੜੇ ਟੈਸਟ ਹੁੰਦੇ ਆ ਜਦੋਂ ਕੋਈ ਮਰੀਜ਼ ਬਹੁਤ ਜ਼ਰੂਰਤ ਹੋ ਜਾਂਦੀ ਆ ਕਿਤੇ ਨਾ ਕਿਤੇ ਜ਼ਰੂਰੀ ਹੁੰਦਾ ਹੈ ਉਸ ਚੀਜ਼ ਨੂੰ ਪਹਿਲਾਂ ਹੀ ਸੰਭਾਲ ਲੈਣਾ ਕਿਉਂਕਿ ਅਸੀਂ ਅੱਜ ਮਿੱਟੀ ਦੇਖਦੇ ਹਾਂ ਘਾਹ ਸਾੜਨ ਵਾਲੀ ਜਿਹੜੀ ਸਪਰੇਅ ਹੁੰਦੀ ਆ ਉਹਨੂੰ ਜਦੋਂ ਪਾ ਦਿੱਤਾ ਜਾਂਦਾ ਹੈ ਉਹ 5-6 ਸਾਲ ਤੱਕ ਆਪਣਾ ਅਸਰ ਨਹੀਂ ਛੱਡਦੀ। ਜਿੰਨੀਆਂ ਵੀ ਅਸੀਂ ਫਸਲਾਂ ਪੈਦਾ ਕਰਦੇ ਹਾਂ ਸਾਰੀਆਂ ਦੀਆਂ ਸਾਰੀਆਂ ਹੀ ਅਸੀਂ ਦਵਾਈਆਂ ਤੋਂ ਪੈਦਾ ਕਰਦੇ ਹਾਂ। ਜੇ ਅਸੀਂ ਪਾਣੀ ਆ ਤਾਂ ਫੈਕਟਰੀਆਂ ਦਾ ਪਾਣੀ ਜਾਂ ਤਾਂ ਉਹ ਦਰਿਆਵਾਂ 'ਚ ਜਾਂਦਾ ਹੈ ਅਤੇ ਜਾਂ ਫਿਰ ਉਹ ਨੀਚੇ ਜਿਹੜਾ ਆ ਬੋਰ ਕਰ ਲਏ ਜਾਂਦੇ ਨੇ ਔਰ ਡਾਇਰੈਕਟ ਹੀ ਧਰਤੀ ਸੁੱਟ ਲਿਆ ਜਾਂਦਾ। ਬਾਬਾ ਬਕਾਲਾ ਸਾਹਿਬ ਦੀ ਗੱਲ ਕਰਦੇ ਹਾਂ ਉਸ ਇਲਾਕੇ ਦੇ ਨੇੜੇ ਜਿੱਥੇ ਸ਼ੂਗਰ ਮਿਲ ਹੈ ਉਸ ਇਲਾਕੇ ਦੇ ਬਿਲਕੁਲ ਨਜ਼ਦੀਕ 600 700 800 ਮੀਟਰ ਔਰ 10 ਪਿੰਡ ਜਿਹੜੇ ਨੇ ਉਹਨਾਂ ਦਾ ਪਾਣੀ ਪੀਲੇ ਰੰਗ ਦਾ ਹੋ ਚੁੱਕਿਆ। ਹਾਂਜੀ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੀਆਂ ਇਹ ਚੀਜ਼ਾਂ ਇਹ ਸਰਕਾਰ ਦੇ ਧਿਆਨ ਦੇ ਵਿੱਚ ਵੀ ਨੇ ਔਰ ਸਭ ਕੁਝ ਇਹਦੇ 'ਤੇ ਕੰਮ ਹੋ ਵੀ ਰਿਹਾ ਪਰ ਇਹਦੇ ਤੋਂ ਬਲੈਦਾ ਜਿਹੜੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਜਾਂਦੀਆਂ ਜਿਹੜੀਆਂ ਇਹਨਾਂ ਤੋਂ ਇਲਾਵਾ ਵੀ ਹੁੰਦੀਆਂ ਕੋਈ ਬੈਕਟੀਰੀਅਲ ਹੋ ਜਾਂਦੀ ਆ ਜਾਂ ਵਾਇਰਸ ਦੀ ਬਿਮਾਰੀ ਹੋ ਜਾਂਦੀ ਹੈ ਜਾਂ ਇਹੋ ਜਿਹੀਆਂ ਜੈਨੇਟਿਕਲ ਬਿਮਾਰੀਆਂ ਹੁੰਦੀਆਂ ਉਹਨਾਂ ਵਾਸਤੇ ਵੀ ਜਿਹੜੇ ਉਹਨਾਂ ਦੇ ਟੈਸਟ ਹੁੰਦੇ ਨੇ ਉਹਨਾਂ ਵਾਸਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਲਗਭਗ 50 ਜਿਹੜੀਆਂ ਲੈਬੋਰਟਰੀਜ਼ ਹੈ ਉਹ ਖੋਲ੍ਹਣ ਦਾ ਟੀਚਾ ਇੱਕ ਮਿੱਥਿਆ ਸੀ। ਬਹੁਤ ਸਾਰੀਆਂ ਲੈਬੋਰਟਰੀਆਂ ਖੁੱਲ੍ਹ ਵੀ ਚੁੱਕੀਆਂ ਨੇ। ਅੰਮ੍ਰਿਤਸਰ ਦੇ ਵਿੱਚ ਵੀ 4 ਲੈਬੋਰਟਰੀਆਂ ਜਿਹੜੀਆਂ ਰੀਸੈਂਟਲੀ ਅਸੀਂ ਖੋਲ੍ਹ ਰਹੇ ਹਾਂ ਔਰ ਜਿੰਨੇ ਡਾਇਲਿਸਿਸ ਦੇ ਰੇਟ ਦੇ ਉੱਤੇ ਬਾਹਰ ਆਪਣਾ ਟੈਸਟ ਹੁੰਦੇ ਨੇ ਉਹਦੇ ਤੋਂ ਬਹੁਤ ਹੀ ਨੋਮੀਨਲ ਰੇਟ 'ਤੇ ਜੋ ਖਰਚਾ ਇੱਕ ਟੈਸਟ ਨੂੰ ਕਰਨ ਦਾ ਆਉਂਦਾ ਆ ਸਿਰਫ ਉਹੀ ਜਿਹੜਾ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਲੈਂਦਾ ਹੈ ਔਰ ਜਿੱਥੇ ਤੱਕ ਦਵਾਈਆਂ ਦਾ ਸਵਾਲ ਹੈ ਉਹ ਵੀ ਜਲਦੀ ਤੋਂ ਜਲਦੀ ਜਿਹੜੀਆਂ ਪਾਈਪਲਾਈਨ ਦੇ ਵਿੱਚ ਨੇ ਦੁਕਾਨਾਂ ਖੁੱਲ੍ਹ ਰਹੀਆਂ ਨੇ ਔਰ ਬਿਲਕੁਲ ਨਾਮਾਤਰ ਰੇਟ ਦੇ ਉੱਤੇ ਜਿਹੜੀਆਂ ਉਹ ਦਵਾਈਆਂ ਵੀ ਜਿਹੜੀਆਂ ਨੇ ਉਹ ਪੇਸ਼ੈਂਟਸ ਤੱਕ ਪਹੁੰਚ ਜਾਂਦੀਆਂ ਜੀ। ਸੋ ਇਹ ਸਾਡੇ ਨਾਲ ਮੌਜੂਦ ਸਨ ਨਵਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਹੈ ਕਿ ਚੈਰੀਟੇਬਲ ਟਰਸਟ ਜਿਹੜੀ ਸਰਬੱਤ ਦਾ ਭਲਾ ਉਹ ਕਿਸ ਤਰੀਕੇ ਨਾਲ ਕੰਮ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਕੰਮ ਕਿਸ ਤਰੀਕੇ ਦੇ ਨਾਲ ਉਹ ਚੱਲਦਾ ਰਹੇਗਾ। ਤੁਸੀਂ ਦੇਖ ਰਹੇ ਹੋ KTVU ਕੇ ਕੈਮਰਾਮੈਨ ਗੁਰਦਿਆਲ ਦੇ ਨਾਲ ਪ੍ਰਵਿੰਦਰ ਕੌਰ।